हाँ जी, सत श्री अकाल जी। स्वागत है ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਦੇ ਵਿੱਚ। ਤੇ ਅੱਜ ਮੇਰੇ ਵਾਸਤੇ ਪੰਜਾਬ ਪੁਲਿਸ ਭਰਤੀ 2022 ਦੇ ਲਈ ਜੀਕੇ ਦੀ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੈ ਕੇ ਆਇਆ ਹਾਂ। ਸੋ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਬਣੇ ਰਹੋ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਇਦਾਂ ਦੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਚੱਲਦੇ ਹਾਂ ਜੀ। ਪਹਿਲਾ ਕੁਐਸਚਨ ਹੈ ਜੀ, ਭਾਰਤੀ ਸਿੰਧੂ ਘਾਟੀ ਸੱਭਿਅਤਾ ਬਾਰੇ ਸਭ ਤੋਂ ਪਹਿਲਾਂ ਕਦੋਂ ਪਤਾ ਲੱਗਾ? ਆਪਸ਼ਨ ਹੈ ਜੀ 1922 ਤੋਂ 1923 ਈਸਵੀ, 1911 ਤੋਂ 12 ਈਸਵੀ, 1948 ਈਸਵੀ, 1908 ਈਸਵੀ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 1922 ਤੋਂ 1923 ਈਸਵੀ ਵਿੱਚ। ਹਾਂਜੀ, ਭਾਰਤੀ ਜੀ ਜੋ ਸਿੰਧੂ ਘਾਟੀ ਸੱਭਿਅਤਾ ਸੀ, ਜਿੱਥੋਂ ਕਿ ਆਪਣਾ ਇਤਿਹਾਸ ਸ਼ੁਰੂ ਹੁੰਦਾ ਹੈ, ਤੁਹਾਨੂੰ ਪਤਾ ਹੀ ਹੋਵੇਗਾ। ਤਾਂ ਉਸ ਦਾ ਪਤਾ ਸਭ ਤੋਂ ਪਹਿਲਾਂ ਕਦੋਂ ਲੱਗਾ ਸੀ? ਤੁਹਾਡਾ ਉੱਤਰ ਹੋਵੇਗਾ 1922 ਤੋਂ 1923 ਦੇ ਵਿਚਕਾਰ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਕਿਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਬਹੁਤ ਵਾਰ ਇਹ ਕੁਐਸਚਨ ਪੁੱਛਿਆ ਗਿਆ ਹੈ। ਠੀਕ ਹੈ, ਸੋ ਇਸ ਨੂੰ ਤੁਸੀਂ ਜ਼ਰੂਰ ਯਾਦ ਰੱਖ ਲਿਓ ਅਤੇ ਮਾਈਂਡ ਵਿੱਚ ਵੀ ਜ਼ਰੂਰ ਬਿਠਾ ਲਿਓ। ਆਪਸ਼ਨ ਹੈ ਜੀ ਚੰਦਰਗੁਪਤ, ਸਮੁੰਦਰਗੁਪਤ, ਸਿਕੰਦਰ ਜਾਂ ਮਹਿਮੂਦ ਗਜ਼ਨਵੀ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਸਮੁੰਦਰਗੁਪਤ ਨੂੰ। ਹਾਂਜੀ, ਕਿਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ? ਤੁਹਾਡਾ ਉੱਤਰ ਹੋਵੇਗਾ ਸਮੁੰਦਰਗੁਪਤ ਨੂੰ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਦਿੱਲੀ ਦੀ ਕੁਤਬ ਮੀਨਾਰ ਦਾ ਨਿਰਮਾਣ ਕਿਸ ਨੇ ਕੀਤਾ ਸੀ? ਆਪਸ਼ਨ ਹੈ ਜੀ ਮੁਹੰਮਦ ਗੌਰੀ, ਕੁਤਬਦੀਨ ਐਬਕ, ਜਲਾਲੂਦੀਨ ਖਿਲਜੀ ਜਾਂ ਸ਼ੇਰ ਸ਼ਾਹ ਸੂਰੀ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਕੁਤਬਦੀਨ ਐਬਕ ਨੇ। ਹਾਂਜੀ, ਦਿੱਲੀ ਦੀ ਜੋ ਕੁਤਬ ਮੀਨਾਰ ਹੈ ਉਹਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਤੁਹਾਡਾ ਉੱਤਰ ਹੋਵੇਗਾ ਕੁਤਬਦੀਨ ਐਬਕ ਨੇ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਤੈਮੂਰ ਨੇ ਭਾਰਤ ਉੱਤੇ ਹਮਲਾ ਕਿਉਂ ਕੀਤਾ ਸੀ? ਆਪਸ਼ਨ ਹੈ ਜੀ ਦਿੱਲੀ ਉੱਤੇ ਰਾਜ ਕਰਨ ਲਈ, ਭਾਰਤ ਵਿੱਚ ਆਪਣਾ ਰਾਜ ਸਥਾਪਿਤ ਕਰਨ ਲਈ, ਧਨ ਲੁੱਟਣ ਲਈ ਜਾਂ ਤੁਗਲਕ ਸੁਲਤਾਨ ਤੋਂ ਬਦਲਾ ਲੈਣ ਲਈ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਧਨ ਲੁੱਟਣ ਲਈ। ਹਾਂਜੀ, ਤੈਮੂਰ ਸੀਗਾ ਜੋ ਉਸਨੇ ਭਾਰਤ ਉੱਤੇ ਹਮਲਾ ਕਿਉਂ ਕੀਤਾ ਸੀ? ਤੁਹਾਡਾ ਉੱਤਰ ਹੋਵੇਗਾ ਧਨ ਲੁੱਟਣ ਲਈ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਅਤੇ ਇੱਦਾਂ ਦੇ ਕੁਐਸਚਨ ਪੇਪਰ ਵਿੱਚ ਬਹੁਤ ਹੀ ਪੁੱਛੇ ਜਾਂਦੇ ਹਨ, ਇਸ ਕਰਕੇ ਹੀ ਮੈਂ ਤੁਹਾਨੂੰ ਮੱਧਕਾਲੀਨ ਹਿਸਟਰੀ ਦੇ ਕੁਐਸਚਨ ਲੈ ਕੇ ਆਇਆ, ਟੋਪ 20 ਕੁਐਸਚਨ। ਸੋ ਇਹਨਾਂ ਵਿੱਚੋਂ ਇੱਕ ਅੱਧਾ ਕੁਐਸਚਨ ਪੇਪਰ ਵਿੱਚ ਜ਼ਰੂਰ ਬਣ ਜਾਏਗਾ, ਤਾਂ ਤੁਸੀਂ ਜ਼ਰੂਰ ਇਸ ਨੂੰ ਯਾਦ ਕਰ ਲਿਓ। ਅਗਲਾ ਕੁਐਸਚਨ ਹੈ ਜੀ, ਭਾਰਤ ਨੇ ਆਪਣੀ ਜੀਵਨੀ ਬਾਬਰਨਾਮਾ ਕਿਸ ਭਾਸ਼ਾ ਵਿੱਚ ਲਿਖੀ ਸੀ? ਆਪਸ਼ਨ ਹੈ ਜੀ ਅਰਬੀ ਭਾਸ਼ਾ ਵਿੱਚ, ਤੁਰਕੀ ਭਾਸ਼ਾ ਵਿੱਚ, ਫਾਰਸੀ ਭਾਸ਼ਾ ਵਿੱਚ ਜਾਂ ਉਰਦੂ ਭਾਸ਼ਾ ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਤੁਰਕੀ ਵਿੱਚ। ਹਾਂਜੀ, ਬਾਬਰ ਨੇ ਆਪਣੀ ਜੀਵਨੀ ਬਾਬਰਨਾਮਾ ਕਿਸ ਭਾਸ਼ਾ ਵਿੱਚ ਲਿਖੀ? ਤੁਹਾਡਾ ਉੱਤਰ ਹੋਵੇਗਾ ਤੁਰਕੀ ਵਿੱਚ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਉਸ ਨੂੰ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਤੇ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਹਾਂਜੀ, ਅਗਲਾ ਕੁਐਸਚਨ ਹੈ ਜੀ, ਅਕਬਰ ਦਾ ਜਨਮ ਕਿੱਥੇ ਹੋਇਆ ਸੀ? ਆਪਸ਼ਨ ਹੈ ਜੀ ਕਾਬੁਲ ਵਿੱਚ, ਪਾਣੀਪਤ ਵਿੱਚ, ਆਗਰਾ ਵਿੱਚ ਜਾਂ ਅਮਰਕੋਟ ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਅਮਰਕੋਟ ਵਿੱਚ। ਹਾਂਜੀ, ਅਕਬਰ ਦਾ ਜਨਮ ਕਿੱਥੇ ਹੋਇਆ ਸੀ? ਤੁਹਾਡਾ ਉੱਤਰ ਹੋਵੇਗਾ ਅਮਰਕੋਟ ਵਿੱਚ। ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵੱਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਨੂਰ ਜਹਾਂ ਕਿਸ ਦੀ ਪਤਨੀ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ। ਆਪਸ਼ਨ ਹੈ ਜੀ ਅਕਬਰ ਦੀ, ਔਰੰਗਜ਼ੇਬ ਦੀ, ਜਹਾਂਗੀਰ ਦੀ ਜਾਂ ਸ਼ਾਹਜਹਾਨ ਦੀ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਜਹਾਂਗੀਰ ਦੀ। ਹਾਂਜੀ, ਨੂਰ ਜਹਾਂ ਕਿਸ ਦੀ ਪਤਨੀ ਸੀ? ਤੁਹਾਡਾ ਉੱਤਰ ਹੋਵੇਗਾ ਜਹਾਂਗੀਰ ਦੀ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵੱਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਹੈਦਰ ਅਲੀ ਕਿੱਥੋਂ ਦਾ ਸ਼ਾਸਕ ਸੀ? ਆਪਸ਼ਨ ਹੈ ਜੀ ਕਰਨਾਟਕ, ਮੈਸੂਰ, ਰਾਂਚੀ ਜਾਂ ਕਲਾਨੌਰ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਮੈਸੂਰ ਦਾ। ਹਾਂਜੀ, ਹੈਦਰ ਅਲੀ ਸੀ ਜੋ ਉਹ ਕਿੱਥੋਂ ਦਾ ਸ਼ਾਸਕ ਸੀਗਾ? ਤੁਹਾਡਾ ਉੱਤਰ ਹੋਵੇਗਾ ਮੈਸੂਰ ਦਾ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵੱਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ, ਭਾਰਤ ਦਾ ਪਹਿਲਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਬਹੁਤ ਵਾਰ ਪੇਪਰ ਵਿੱਚ ਰਿਪੀਟ ਹੋ ਚੁੱਕਿਆ ਹੈ ਕੁਐਸਚਨ, ਅਤੇ ਜ਼ਰੂਰ ਇਸ ਨੂੰ ਨੋਟ ਕਰ ਲਿਓ। ਆਪਸ਼ਨ ਹੈ ਜੀ
वारन हेस्टिंग, लॉर्ड हेस्टिंग, लॉर्ड विलियम या लॉर्ड डलहौजी। दसो जी सही उत्तर क्या होगा इसका? ऑप्शन नंबर सामने है जी। तो इसका जो सही उत्तर है जी वो है जी वारन हेस्टिंग। हाँ जी, भारत का पहला जो ब्रिटिश गवर्नर जनरल कौन सी? थोड़ा उत्तर होगा वारन हेस्टिंग। ठीक है, सो जरूर याद रखियो इसनूं। वादे हैं जी अगले क्वेश्चन वाल। अगला क्वेश्चन है जी ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ ਸੀ? ਆਪਸ਼ਨ ਹੈ ਜੀ 1773 ਈਸਵੀ ਵਿੱਚ, 1757 ਈਸਵੀ ਵਿੱਚ, 1748 ਈਸਵੀ ਵਿੱਚ ਜਾਂ 1764 ਈਸਵੀ ਵਿੱਚ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸਦਾ? ਆਪਸ਼ਨ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 1773 ਈਸਵੀ ਵਿੱਚ। ਹਾਂਜੀ, ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ ਸੀ? ਤੁਹਾਡਾ ਉੱਤਰ ਹੋਵੇਗਾ 1773 ਈਸਵੀ ਵਿੱਚ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸਨੂੰ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। अगला क्वेश्चन है जी मुस्लिम लीग की स्थापना कदों हुई? ऑप्शन है जी 1906 ईस्वी 1909 ईस्वी 1919 ईस्वी या 1907 ईस्वी। दसो जी सही उत्तर क्या होगा इसका? ऑप्शन नंबर सामने है जी। तो यह उत्तर है जी 1906 ईस्वी। हाँ जी, मुस्लिम लीग की स्थापना कदों हुई? थोड़ा उत्तर होगा 1906 ईस्वी। ठीक है, सो जरूर याद रखियो इसनूं। अरे जेकर वीडियो की स्पीड ज़्यादा करी है तो वीडियो पाउज भी जरूर कर सकते हो। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਸ਼ੀਸ਼ੇ ਦੇ ਸਿੱਕੇ ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਚਲਾਏ ਸੀ? ਆਪਸ਼ਨ ਹੈ ਜੀ ਰਾਸ਼ਟਰਕੂਟ, ਚੋਲ, ਸਾਤਵਾਹਨ ਜਾਂ ਲੋਧੀ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸਦਾ? ਆਪਸ਼ਨ ਨੰਬਰ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ ਸਾਤਵਾਹਨ। ਹਾਂਜੀ, ਸ਼ੀਸ਼ੇ ਦੇ ਸਿੱਕੇ ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਚਲਾਏ ਸੀ? ਤੁਹਾਡਾ ਉੱਤਰ ਹੋਏਗਾ ਸਾਤਵਾਹਨ ਦੇ ਵੰਸ਼ ਨੇ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸਨੂੰ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਵਾਸਕੋ ਡੀ ਗਾਮਾ ਕਾਲੀਕਟ ਕਦੋਂ ਪਹੁੰਚਿਆ? ਆਪਸ਼ਨ ਹੈ ਜੀ 1486 'ਚ, 1498 'ਚ, 1501 'ਚ ਜਾਂ 1504 'ਚ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸਦਾ? ਆਪਸ਼ਨ ਨੰਬਰ ਸਾਹਮਣੇ ਹੈ ਜੀ। ਤਾਂ ਇਹਦਾ ਉੱਤਰ ਹੈ ਜੀ 1498 'ਚ। ਹਾਂਜੀ, ਵਾਸਕੋ ਡੀ ਗਾਮਾ ਸੀਗਾ ਜੋ ਉਹ ਕਾਲੀਕਟ ਕਦੋਂ ਪਹੁੰਚਿਆ ਸੀ? ਤੁਹਾਡਾ ਉੱਤਰ ਹੋਵੇਗਾ 1498 ਈਸਵੀ 'ਚ। ਠੀਕ ਹੈ, ਸੋ ਜ਼ਰੂਰ ਯਾਦ ਰੱਖਿਓ ਇਸਨੂੰ। मैं बार बार कह रहा क्वेश्चन बहुत ही इम्पोर्टेंट हैं, प्रीवियस ईयर पेपर में चके गए हैं, सो तुम जरूर याद रख लो इसनूं। अगला क्वेश्चन है जी दामोदर नदी घाटी परियोजना की स्थापना कदों हुई? ऑप्शन है जी 1935 ईस्वी 1940 ईस्वी 1948 या 1950। दसो जी सही उत्तर क्या होगा इसका? ऑप्शन सामने है जी। तो इसका उत्तर है जी 1948 ईस्वी। हाँ जी, दामोदर नदी घाटी परियोजना की स्थापना कदों हुई? थोड़ा उत्तर होगा 1948 ईस्वी। ठीक है, सो जरूर याद रखियो इसनूं। ਵਧਦੇ ਹਾਂ जी अगला क्वेश्चन ਵੱਲ। अगला क्वेश्चन है जी विश्व का ਉਹ ਕਿਹੜਾ ਮਹਾਦੀਪ है जिथे एक भी ज्वालामुखी नहीं है? ऑप्शन है जी एशिया, यूरोप, दक्षिणी अफ्रीका या आस्ट्रेलिया। दसो जी सही उत्तर क्या होगा इसका? ऑप्शन सामने है जी। तो इसका उत्तर है जी आस्ट्रेलिया महाद्वीप। हाँ जी, विश्व का ਉਹ ਕਿਹੜਾ ਮਹਾਦੀਪ है जिथे एक भी ज्वालामुखी नहीं है? ਤੁਹਾਡਾ उत्तर होगा ਆਸਟ੍ਰੇਲੀਆ। ठीक है, सो जरूर याद रखियो इसनूं। ਵਧਦੇ ਹਾਂ जी अगले क्वेश्चन ਵੱਲ। अगला क्वेश्चन है जी विश्व की सब तो वड्डी रेल व्यवस्था किहड़े देश कोल है? ऑप्शन है जी भारत कोल, मैक्सीको कोल, अमरीका कोल या उपरोक्त विचों कोई भी नहीं। दसो जी सही उत्तर क्या होगा इसका? ऑप्शन सामने है जी। तो इसका उत्तर है जी अमरीका कोल। हाँ जी, अमरीका कोल ही विश्व की सब तो वड्डी रेल व्यवस्था है, सो तुम जरूर याद रखियो। ਵਧਦੇ ਹਾਂ जी अगला क्वेश्चन ਵੱਲ। अगला क्वेश्चन है जी नैपोलीਅਨ बोनापार्ट किस देश का निवासी सी? ऑप्शन है जी जर्मनी का, पुर्तगाल का, फ्रांस का या रूस का। दसो जी सही उत्तर क्या होगा इसका? ऑप्शन सामने है जी। तो इसका उत्तर है जी फ्रांस का। हाँ जी, नैपोलीਅਨ बोनापार्ट किस देश का निवासी सी? ਤੁਹਾਡਾ उत्तर होगा फ्रांस का। तो ਵਧਦੇ ਹਾਂ जी अगले क्वेश्चन ਵੱਲ। अगला क्वेश्चन है जी महाराष्ट्र प्रांत मुख्य त्यौहार किहड़ा है? महाराष्ट्र प्रांत का मुख्य त्यौहार किहड़ा है? ऑप्शन है जी दिवाली, दशहरा, गणेश चतुर्थी या उपरोक्त विचों कोई भी नहीं। दसो जी सही उत्तर क्या होगा इसका? ऑप्शन सामने है जी। तो इसका उत्तर है जी गणेश चतुर्थी। हाँ जी, महाराष्ट्र प्रांत का मुख्य त्यौहार किहड़ा है? ਤੁਹਾਡਾ उत्तर होगा गणेश
ਚਤੁਰਥੀ, ਠੀਕ ਹੈ। ਅਤੇ ਇਹ ਜਿਵੇਂ ਗਣੇਸ਼ ਜੀ ਦਾ ਕੁਛ ਜਯੰਤੀ ਵਗੈਰਾ ਹੁੰਦੀ ਹੈ ਉਸ ਦਿਨ ਹੀ ਮਨਾਇਆ ਜਾਂਦਾ ਹੈ। ਵੈਸੇ ਤਾਂ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਪਰ ਮਹਾਰਾਸ਼ਟਰ ਵਿੱਚ ਇਹ ਖਾਸ ਤੌਰ 'ਤੇ ਮਨਾਇਆ ਜਾਂਦਾ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਹ ਪੁਰਾਣੇ ਜੋ ਮਹਾਰਾਸ਼ਟਰ ਦੇ ਰਾਜੇ ਮਹਾਰਾਜੇ ਸੀ ਉਹਨਾਂ ਤੋਂ ਹੀ ਇਹ ਜਿਹੜੀ ਰੀਤ ਚੱਲਦੀ ਆ ਰਹੀ ਹੈ। ਸੋ ਇਸ ਕਰਕੇ ਹੀ ਮਹਾਰਾਸ਼ਟਰ ਦਾ ਮੁੱਖ ਤਿਉਹਾਰ ਜੋ ਖਾਸ ਤੌਰ 'ਤੇ ਮਨਾਇਆ ਜਾਂਦਾ ਹੈ ਉਹ ਹੈ ਜੀ ਗਣੇਸ਼ ਚਤੁਰਥੀ, ਠੀਕ ਹੈ। ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵਧਦੇ ਹਾਂ ਜੀ ਅਗਲਾ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ 7 ਟਾਪੂਆਂ ਦਾ ਨਗਰ ਕਿਸ ਨੂੰ ਕਿਹਾ ਜਾਂਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਜ਼ਰੂਰ ਯਾਦ ਰੱਖਿਓ ਇਸ ਨੂੰ, ਠੀਕ ਹੈ। ਆਪਸ਼ਨ ਹੈ ਜੀ ਕਲਕੱਤਾ, ਦਿੱਲੀ, ਮੁੰਬਈ ਜਾਂ ਮਦਰਾਸ। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਦਾ ਸਾਹਮਣੇ ਹੈ ਜੀ, ਤਾਂ ਇਹਦਾ ਉੱਤਰ ਹੈ ਜੀ ਮੁੰਬਈ। ਹਾਂਜੀ, 7 ਟਾਪੂਆਂ ਦਾ ਨਗਰ ਕਿਸ ਨੂੰ ਕਿਹਾ ਜਾਂਦਾ ਹੈ? ਤੁਹਾਡਾ ਉੱਤਰ ਹੋਊਗਾ ਮੁੰਬਈ ਨੂੰ, ਠੀਕ ਹੈ। ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਵਧਦੇ ਹਾਂ ਜੀ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਬੰਬਈ ਦਾ ਨਾਮ ਮੁੰਬਈ ਕਿਸ ਸਾਲ ਕੀਤਾ ਗਿਆ? ਆਪਸ਼ਨ ਹੈ ਜੀ 1985, 1990, 1992 ਜਾਂ 1995। ਦੱਸੋ ਜੀ ਸਹੀ ਉੱਤਰ ਕੀ ਹੋਏਗਾ ਇਸ ਦਾ? ਆਪਸ਼ਨ ਜਿਹੜਾ ਸਾਹਮਣੇ ਹੈ ਜੀ, ਤਾਂ ਇਹਦਾ ਉੱਤਰ ਹੈ ਜੀ 1995 ਵਿੱਚ। ਹਾਂਜੀ, ਬੰਬਈ ਦਾ ਨਾਮ ਮੁੰਬਈ ਸਾਲ ਕੀਤਾ ਗਿਆ ਸੀ, ਤੁਹਾਡਾ ਉੱਤਰ ਹੋਵੇਗਾ 1995 ਈਸਵੀ ਵਿੱਚ, ਠੀਕ ਹੈ। 1995 ਈਸਵੀ ਵਿੱਚ ਹੀ ਮੁੰਬਈ ਦਾ ਮੁੰਬਈ ਨਾਮ ਰੱਖਿਆ ਗਿਆ ਸੀ, ਠੀਕ ਹੈ। ਸੋ ਜ਼ਰੂਰ ਯਾਦ ਰੱਖਿਓ ਇਸ ਨੂੰ। ਤਾਂ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਅਤੇ ਹੋਰ ਜਾਣਕਾਰੀ ਲਈ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਤਾਂ ਮਿਲਦੇ ਹਾਂ ਜੀ ਇੱਦਾਂ ਦੀ ਇੱਕ ਹੋਰ ਨਵੀਂ ਵੀਡੀਓ ਨਾਲ। ਉਦੋਂ ਤੱਕ ਲਈ ਰੱਬ ਰਾਖਾ।